ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234 ਦੋ ਹੋਰ ਦਿਨ ਲੰਘ ਗਏ ਅਤੇ ਸ਼ੋਕੇਸ ਕਾਰਨ ਬਹੁਤ ਸਾਰੇ ਹੋਰ ਗਾਹਕ ਦੁਕਾਨ ਵਿੱਚ ਆਉਣ ਲੱਗੇ। ਮੁੰਡੇ ਨੇ ਅੰਦਾਜ਼ਾ ਲਾਇਆ ਕਿ ਜੇ ਉਹ ਹੋਰ 6 ਮਹੀਨੇ ਕੰਮ ਕਰਦਾ ਰਹੇ ਤਾਂ ਉਹ ਸਪੇਨ ਵਾਪਿਸ ਮੁੜ ਕੇ ਨਾ ਸਿਰਫ 60 ਭੇਡਾਂ ਹੀ ਸਗੋਂ 60 ਹੋਰ ਭੇਡਾਂ ਵੀ ਖਰੀਦ ਸਕਦਾ ਹੈ। 1 ਸਾਲ ਦੇ ਵਿੱਚ ਹੀ ਉਹ ਆਪਣੇ ਇੱਜੜ ਨੂੰ ਦੁੱਗਣਾ ਕਰ ਸਕੇਗਾ ਅਤੇ ਫਿਰ ਅਰਬ ਲੋਕਾਂ ਨਾਲ ਕਾਰੋਬਾਰ ਕਰ ਸਕੇਗਾ, ਕਿਉਂਕਿ ਉਹ ਹੁਣ ਉਹਨਾਂ ਦੀ ਅਜੀਬ ਜਿਹੀ ਭਾਸ਼ਾ ਬੋਲਣ ਲੱਗ ਪਿਆ ਸੀ। ਉਸ ਦਿਨ ਬਾਜ਼ਾਰ ਵਿੱਚ ਬਿਤਾਏ ਸਵੇਰ ਦੇ ਸਮੇਂ ਤੋਂ ਬਾਅਦ ਉਸਨੇ ਕਦੇ ਵੀ ਉਰਮ ਤੇ ਥੁਰਮ ਦੀ ਵਰਤੋਂ ਨਹੀਂ ਸੀ ਕੀਤੀ, ਕਿਉਂਕਿ ਮਿਸਰ ਉਸ ਲਈ ਵੀ ਉਸੇ ਤਰ੍ਹਾਂ ਦਾ ਹੀ ਦੂਰ ਦਾ ਸੁਪਨਾ ਸੀ ਜਿਸ ਤਰ੍ਹਾਂ ਦਾ ਦੂਰ ਦਾ ਸੁਪਨਾ ਕ੍ਰਿਸਟਲ ਦੇ ਵਪਾਰੀ ਲਈ ਮੱਕਾ ਸੀ। ਫਿਰ ਵੀ ਮੁੰਡਾ ਆਪਣੇ ਕੰਮ ਵਿੱਚ ਖੁਸ਼ ਰਹਿਣ ਲੱਗਾ ਸੀ ਅਤੇ ਹਰ ਸਮੇਂ ਉਸ ਦਿਨ ਬਾਰੇ ਸੋਚਦਾ ਰਹਿੰਦਾ ਸੀ ਜਿਸ ਦਿਨ ਉਹ ਇੱਕ ਜੇਤੂ ਦੇ ਤੌਰ ਤੇ ਤਾਰੀਫਾਂ ਪਹੁੰਚੇਗਾ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਤੁਹਾਨੂੰ ਸਦਾ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਮੁੰਡੇ ਨੂੰ ਪਤਾ ਸੀ ਅਤੇ ਉਹ ਇਸ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰ ਰਿਹਾ ਸੀ। ਖਬਰੇ ਉਸ ਦਾ ਖਜ਼ਾਨਾ ਇਹੀ ਸੀ ਕਿ ਉਹ ਇਸ ਨਵੀਂ ਧਰਤੀ ਤੇ ਆ ਗਿਆ ਸੀ, ਇੱਕ ਚੋਰ ਨੂੰ ਮਿਲਿਆ ਸੀ ਅਤੇ ਇੱਕ ਤੇਲਾ ਵੀ ਖਰਚ ਕੀਤੇ ਬਿਨਾਂ ਆਪਣੀਆਂ ਭੇਡਾਂ ਦੁੱਗਣੀਆਂ ਕਰ ਲਈਆਂ ਸਨ। ਉਸਨੂੰ ਆਪਣੇ ਆਪ ਤੇ ਬੜਾ ਮਾਣ ਸੀ। ਉਸਨੇ ਕੁਝ ਮਹੱਤਵਪੂਰਨ ਗੱਲਾਂ ਸਿੱਖ ਲਈਆਂ ਸਨ, ਜਿਵੇਂ ਕਿ ਸ਼ੀਸ਼ੇ ਦਾ ਸਮਾਨ ਕਿਵੇਂ ਖਰੀਦਣਾ ਵੇਚਣਾ ਹੈ ਜਾਂ ਫਿਰ ਭਾਸ਼ਾਵਾਂ ਦੇ ਬਿਨਾਂ ਵਰਤੀ ਜਾਂਦੀ ਭਾਸ਼ਾ ਅਤੇ ਨਿਸ਼ਾਨੀਆਂ। ਇੱਕ ਦਿਨ ਉਸਨੇ ਪਹਾੜੀ ਤੇ ਖੜਾ ਇੱਕ ਆਦਮੀ ਦੇਖਿਆ ਜਿਹੜਾ ਸ਼ਿਕਾਇਤ ਕਰ ਰਿਹਾ ਸੀ ਕਿ ਇੰਨੀ ਚੜ੍ਹਾਈ ਕਰਨ ਤੋਂ ਬਾਅਦ ਚਾਹ ਪਾਣੀ ਪੀਣ ਲਈ ਕੋਈ ਚੰਗੀ ਥਾਂ ਹੀ ਨਹੀਂ ਦਿਖਾਈ ਦਿੰਦੀ। ਨਿਸ਼ਾਨੀਆਂ ਨੂੰ ਪਛਾਣਨ ਦੇ ਆਦੀ ਹੋ ਚੁੱਕੇ ਮੁੰਡੇ ਨੇ ਵਪਾਰੀ ਨਾਲ ਗੱਲ ਕੀਤੀ। ਆਪਾਂ ਪਹਾੜੀ ਤੇ ਚੜ੍ਹਨ ਵਾਲੇ ਲੋਕਾਂ ਨੂੰ ਚਾਹ ਵੇਚਿਆ ਕਰੀਏ, ਇੱਥੇ ਪਹਿਲਾਂ ਹੀ ਬਹੁਤ ਸਾਰੇ ਲੋਕ ਚਾਹ ਵੇਚਦੇ ਹਨ, ਵਪਾਰੀ ਨੇ ਕਿਹਾ, ਪਰ ਅਸੀਂ ਇਹ ਚਾਹ ਕ੍ਰਿਸਟਲ ਦੇ ਗਲਾਸਾਂ ਵਿੱਚ ਵੇਚਾਂਗੇ। ਲੋਕ ਨਾਲ ਚਾਹ ਦਾ ਆਨੰਦ ਮਾਣਨਗੇ ਤੇ ਨਾਲ ਹੀ ਗਲਾਸ ਖਰੀਦਣਾ ਚਾਹਣਗੇ। ਮੈਨੂੰ ਦੱਸਿਆ ਗਿਆ ਹੈ ਕਿ ਖੂਬਸੂਰਤੀ ਮਰਦਾਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ। ਵਪਾਰੀ ਨੇ ਕੋਈ ਹੁੰਗਾਰਾ ਨਾ ਭਰਿਆ, ਪਰ ਉਸ ਸ਼ਾਮ ਨਮਾਜ਼ ਪੜ੍ਹਨ ਅਤੇ ਦੁਕਾਨ ਬੰਦ ਕਰਨ ਤੋਂ ਬਾਅਦ ਉਸਨੇ ਮੁੰਡੇ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਸ ਨਾਲ ਹੁੱਕਾ ਸਾਂਝਾ ਕੀਤਾ। ਤੂੰ ਕਿਸ ਚੀਜ਼ ਨੂੰ ਲੱਭ ਰਿਹਾ ਹੈ? ਵਪਾਰੀ ਨੇ ਪੁੱਛਿਆ। ਮੈਂ ਤੈਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਮੈਂ ਆਪਣੀਆਂ ਭੇਡਾਂ ਵਾਪਸ ਖਰੀਦਣੀਆਂ ਚਾਹੁੰਦਾ ਹਾਂ, ਇਸ ਲਈ ਮੈਂ ਪੈਸੇ ਕਮਾਉਣਾ ਚਾਹੁੰਦਾ ਹਾਂ। ਵਪਾਰੀ ਨੇ ਹੁੱਕੇ ਵਿੱਚ ਕੁਝ ਹੋਰ ਕੋਲੇ ਪਾਏ ਅਤੇ ਇਸ ਵਿੱਚ ਡੂੰਘਾ ਸਾਹ ਭਰਿਆ। ਮੇਰੇ ਕੋਲ ਇਹ ਦੁਕਾਨ 30 ਸਾਲਾਂ ਤੋਂ ਹੈ। ਮੈਨੂੰ ਕ੍ਰਿਸਟਲ ਦੇ ਚੰਗਾ ਮੰਦਾ ਹੋਣ ਦਾ ਪਤਾ ਹੈ ਅਤੇ ਕ੍ਰਿਸਟਲ ਬਾਰੇ ਜਾਣੀ ਜਾ ਸਕਣ ਵਾਲੀ ਹਰ ਗੱਲ ਜਾਣਦਾ ਹਾਂ। ਮੈਨੂੰ ਇਸ ਦੀਆਂ ਸੀਮਾਵਾਂ ਦਾ ਪਤਾ ਹੈ ਅਤੇ ਇਹ ਵੀ ਕਿ ਇਸ ਦਾ ਵਿਹਾਰ ਕੀ ਹੈ। ਜੇ ਅਸੀਂ ਕ੍ਰਿਸਟਲ ਵਿੱਚ ਚਾਹ ਦੇਣੀ ਸ਼ੁਰੂ ਕਰ ਦਿੱਤੀ ਤਾਂ ਦੁਕਾਨ ਨੂੰ ਵੱਡੀ ਕਰਨਾ ਪਏਗਾ। ਉਦੋਂ ਮੈਨੂੰ ਆਪਣੀ ਜ਼ਿੰਦਗੀ ਦੇ ਢੰਗ ਤਰੀਕੇ ਬਦਲਣੇ ਪੈਣਗੇ। ਕਿਉਂ, ਇਹ ਠੀਕ ਨਹੀਂ ਹੈ? ਮੈਂ ਹਾਲਾਤ ਦਾ ਆਦੀ ਹੋ ਚੁੱਕਾ ਹਾਂ। ਤੇਰੇ ਆਉਣ ਤੋਂ ਪਹਿਲਾਂ ਮੈਂ ਸੋਚਿਆ ਕਰਦਾ ਸੀ ਕਿ ਮੈਂ ਇੱਕੋ ਥਾਂ ਤੇ ਹੀ ਕਿੰਨਾ ਸਮਾਂ ਬਰਬਾਦ ਕਰ ਦਿੱਤਾ ਹੈ। ਜਦੋਂ ਕਿ ਮੇਰੇ ਦੋਸਤ ਚਲੇ ਗਏ ਹਨ, ਉਹਨਾਂ ਵਿੱਚੋਂ ਕੁਝ ਤਾਂ ਦੀਵਾਲੀਆ ਹੋ ਗਏ ਹਨ ਅਤੇ ਕੁਝ ਲੋਕ ਪਹਿਲਾਂ ਨਾਲੋਂ ਵੀ ਅਮੀਰ। ਇਸ ਨਾਲ ਮੈਂ ਬਹੁਤ ਉਦਾਸ ਹੋ ਜਾਂਦਾ ਸਾਂ। ਹੁਣ ਮੈਂ ਦੇਖ ਸਕਦਾ ਹਾਂ ਕਿ ਮੇਰੀ ਜ਼ਿੰਦਗੀ ਬਹੁਤ ਮਾੜੀ ਵੀ ਨਹੀਂ ਰਹੀ। ਦੁਕਾਨ ਬਿਲਕੁਲ ਉਨੀ ਹੀ ਵੱਡੀ ਹੈ ਜਿੰਨੀ ਵੱਡੀ ਮੈਂ ਇਸਨੂੰ ਚਾਹੁੰਦਾ ਸਾਂ। ਮੈਂ ਕਿਸੇ ਕਿਸਮ ਦੀ ਤਬਦੀਲੀ ਨਹੀਂ ਚਾਹੁੰਦਾ, ਕਿਉਂਕਿ ਮੈਂ ਇਹ ਜਾਣਨਾ ਹੀ ਨਹੀਂ ਚਾਹੁੰਦਾ ਕਿ ਤਬਦੀਲੀ ਨਾਲ ਕਿਵੇਂ ਨਿਬੜਿਆ ਜਾਂਦਾ ਹੈ। ਮੈਨੂੰ ਆਪਣੀ ਹੋਂਦ ਦੀ ਆਦਤ ਪੈ ਚੁੱਕੀ ਹੈ। ਮੁੰਡੇ ਨੂੰ ਨਹੀਂ ਸੀ ਪਤਾ ਕਿ ਉਹ ਕੀ ਕਹੇ। ਵਪਾਰੀ ਨੇ ਕਹਿਣਾ ਜਾਰੀ ਰੱਖਿਆ, ਤੇਰਾ ਆਉਣਾ ਮੇਰੇ ਲਈ ਸੁਭਾਗਾ ਰਿਹਾ ਹੈ। ਅੱਜ ਮੈਂ ਇੱਕ ਐਸੀ ਚੀਜ਼ ਸਮਝ ਰਿਹਾ ਹਾਂ ਜਿਸ ਦੀ ਪਹਿਲਾਂ ਮੈਨੂੰ ਸਮਝ ਨਹੀਂ ਸੀ। ਉਹ ਇਹ ਹੈ ਕਿ ਜਿਹੜੇ ਸੁਭਾਗ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਉਹ ਦੁਰਭਾਗ ਬਣ ਜਾਂਦਾ ਹੈ। ਮੈਨੂੰ ਜ਼ਿੰਦਗੀ ਵਿੱਚ ਹੋਰ ਕੁਝ ਨਹੀਂ ਚਾਹੀਦਾ, ਪਰ ਤੂੰ ਮੈਨੂੰ ਮਜਬੂਰ ਕਰ ਰਿਹਾ ਹੈ ਕਿ ਮੈਂ ਸਿਰਫ ਦੌਲਤ ਹੀ ਨਹੀਂ ਸਗੋਂ ਉਹਨਾਂ ਦੂਰੀਆਂ ਤੱਕ ਵੀ ਨਜ਼ਰ ਮਾਰਾਂ ਜਿਨ੍ਹਾਂ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਹੁਣ ਜਦੋਂ ਕਿ ਮੈਂ ਇਹਨਾਂ ਨੂੰ ਦੇਖ ਹੀ ਲਿਆ ਹੈ ਅਤੇ ਹੁਣ ਜਦੋਂ ਮੈਂ ਦੇਖ ਸਕਦਾ ਹਾਂ ਕਿ ਮੇਰੀ ਕਿੰਨੀ ਤਰੱਕੀ ਦੀਆਂ ਸੰਭਾਵਨਾਵਾਂ ਹਨ, ਤਾਂ ਮੈਂ ਉਸ ਨਾਲੋਂ ਵੀ ਵੱਧ ਔਖਾ ਮਹਿਸੂਸ ਕਰਨ ਲੱਗ ਪਵਾਂਗਾ ਜਿੰਨਾ ਮੈਂ ਤੇਰੀ ਆਮਦ ਤੋਂ ਪਹਿਲਾਂ ਮਹਿਸੂਸ ਕਰਦਾ ਸਾਂ। ਇਸ ਦਾ ਕਾਰਨ ਇਹ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਹੜੇ ਕੰਮ ਕਰ ਸਕਦਾ ਹਾਂ ਅਤੇ ਮੈਂ ਕਰਨਾ ਨਹੀਂ ਚਾਹੁੰਦਾ। ਮੁੰਡੇ ਨੇ ਸੋਚਿਆ ਕਿ ਇਹ ਚੰਗਾ ਹੀ ਰਿਹਾ ਕਿ ਮੈਂ ਤਾਰੀਫਾਂ ਦੇ ਤੰਦੂਰੇ ਬਾਰੇ ਕੋਈ ਗੱਲ ਨਹੀਂ ਕਹੀ। ਉਹ ਦੋਵੇਂ ਬੈਠੇ ਹੁੱਕਾ ਪੀਂਦੇ ਰਹੇ ਅਤੇ ਸੂਰਜ ਛਿਪਣਾ ਸ਼ੁਰੂ ਹੋ ਗਿਆ। ਉਹ ਅਰਬੀ ਭਾਸ਼ਾ ਵਿੱਚ ਗੱਲਾਂ ਕਰਦੇ ਰਹੇ ਅਤੇ ਮੁੰਡਾ ਇਸ ਬਦਲੇ ਮਾਣ ਮਹਿਸੂਸ ਕਰ ਰਿਹਾ ਸੀ। ਕਿਸੇ ਵੇਲੇ ਉਹ ਸੋਚ ਲਿਆ ਕਰਦਾ ਸੀ ਕਿ ਸੰਸਾਰ ਬਾਰੇ ਜੋ ਕੁਝ ਵੀ ਉਹ ਜਾਣਨਾ ਚਾਹੁੰਦਾ ਹੈ ਉਹ ਸਭ ਕੁਝ ਉਸਦੀਆਂ ਭੇਡਾਂ ਹੀ ਸਿਖਾ ਦੇਣਗੀਆਂ, ਪਰ ਭੇਡਾਂ ਨੇ ਉਸਨੂੰ ਅਰਬੀ ਭਾਸ਼ਾ ਕਦੇ ਨਹੀਂ ਸੀ ਸਿਖਾ ਸਕਣੀ। ਵਪਾਰੀ ਵੱਲ ਨੂੰ ਦੇਖਦੇ ਹੋਏ ਮੁੰਡੇ ਨੇ ਸੋਚਿਆ
ਕਿ ਸੰਸਾਰ ਵਿੱਚ ਐਸੀਆਂ ਹੋਰ ਬਹੁਤ ਸਾਰੀਆਂ ਗੱਲਾਂ ਵੀ ਹੋਣਗੀਆਂ ਜਿਹੜੀਆਂ ਉਸਨੂੰ ਭੇਡਾਂ ਨਹੀਂ ਸਨ ਸਿਖਾ ਸਕਦੀਆਂ। ਅਸਲੀ ਗੱਲ ਤਾਂ ਇਹ ਸੀ ਕਿ ਭੇਡਾਂ ਸਿਰਫ ਤੇ ਸਿਰਫ ਖਾਣੇ ਅਤੇ ਪਾਣੀ ਬਾਰੇ ਹੀ ਸੋਚ ਸਕਦੀਆਂ ਸਨ। ਇਹ ਵੀ ਹੋ ਸਕਦਾ ਹੈ ਕਿ ਉਹ ਮੈਨੂੰ ਨਹੀਂ ਸਨ ਸਿਖਾ ਰਹੀਆਂ, ਸਗੋਂ ਮੈਂ ਉਹਨਾਂ ਤੋਂ ਖੁਦ ਹੀ ਸਿੱਖ ਰਿਹਾ ਸਾਂ। ਮਕਤੂਬ, ਵਪਾਰੀ ਨੇ ਆਖਿਰਕਾਰ ਕਿਹਾ, ਇਸ ਦਾ ਕੀ ਮਤਲਬ ਹੈ? ਉਸ ਜਵਾਬ ਦਿੱਤਾ, ਇਸ ਦਾ ਮਤਲਬ ਸਮਝਣ ਲਈ ਤੈਨੂੰ ਅਰਬ ਦੇਸ਼ ਵਿੱਚ ਪੈਦਾ ਹੋਣਾ ਪੈਣਾ ਸੀ, ਪਰ ਤੇਰੀ ਭਾਸ਼ਾ ਵਿੱਚ ਇਸ ਦਾ ਅਰਥ ਇਹ ਤਾਂ ਲਿਖਿਆ ਹੋਇਆ ਹੈ ਹੋਣਾ ਚਾਹੀਦਾ ਹੈ। ਜਦੋਂ ਉਹ ਹੁੱਕੇ ਦੇ ਕੋਲੇ ਠੰਡੇ ਕਰ ਰਿਹਾ ਸੀ ਤਾਂ ਉਹਨੇ ਮੁੰਡੇ ਨੂੰ ਦੱਸਿਆ ਕਿ ਉਹ ਕ੍ਰਿਸਟਲ ਦੇ ਗਲਾਸਾਂ ਵਿੱਚ ਚਾਹ ਵੇਚਣੀ ਸ਼ੁਰੂ ਕਰ ਸਕਦਾ ਹੈ। ਕਦੇ-ਕਦੇ ਐਸਾ ਸਮਾਂ ਵੀ ਆਉਂਦਾ ਹੈ ਕਿ ਦਰਿਆ ਨੂੰ ਸੰਭਾਲਣ ਦਾ ਕੋਈ ਵਸੀਲਾ ਨਹੀਂ ਰਹਿ ਜਾਂਦਾ। ਲੋਕ ਪਹਾੜੀ ਤੇ ਚੜ੍ਹਦੇ ਅਤੇ ਸਿਖਰ ਤੱਕ ਪਹੁੰਚਦੇ ਹੋਏ ਥੱਕ ਜਾਂਦੇ, ਪਰ ਉੱਥੇ ਪਹੁੰਚ ਕੇ ਉਹਨਾਂ ਨੂੰ ਕ੍ਰਿਸਟਲ ਦੇ ਸਮਾਨ ਦੀ ਇੱਕ ਐਸੀ ਦੁਕਾਨ ਦਿਖਾਈ ਦਿੰਦੀ ਜਿੱਥੇ ਪੁਦੀਨੇ ਵਾਲੀ ਚਾਹ ਮਿਲਦੀ ਸੀ। ਉਹ ਚਾਹ ਪੀਣ ਬੈਠਦੇ, ਜਿਹੜੀ ਕਿ ਬਹੁਤ ਹੀ ਖੂਬਸੂਰਤ ਕ੍ਰਿਸਟਲ ਦੇ ਬਰਤਨਾਂ ਵਿੱਚ ਦਿੱਤੀ ਜਾਂਦੀ ਸੀ। ਮੇਰੀ ਪਤਨੀ ਨੇ ਤਾਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ ਸੀ, ਇੱਕ ਜਾਣੇ ਨੇ ਕਿਹਾ, ਅਤੇ ਕੁਝ ਕ੍ਰਿਸਟਲ ਖਰੀਦ ਲਿਆ। ਉਸ ਸ਼ਾਮ ਉਸਦੇ ਘਰ ਕੁਝ ਮਹਿਮਾਨ ਆਉਣ ਵਾਲੇ ਸਨ ਅਤੇ ਮਹਿਮਾਨ ਇਹਨਾਂ ਬਰਤਨਾਂ ਦੀ ਖੂਬਸੂਰਤੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਣਗੇ। ਇੱਕ ਹੋਰ ਆਦਮੀ ਨੇ ਕਿਹਾ ਕਿ ਜਦੋਂ ਚਾਹ ਕ੍ਰਿਸਟਲ ਦੇ ਬਰਤਨਾਂ ਵਿੱਚ ਪੀਤੀ ਜਾਵੇ ਤਾਂ ਇਹ ਸਭ ਤੋਂ ਵੱਧ ਸਵਾਦ ਲੱਗਦੀ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚਾਹ ਦੀ ਖੁਸ਼ਬੂ ਕਾਇਮ ਰਹਿੰਦੀ ਹੈ। ਤੀਜੇ ਨੇ ਕਿਹਾ ਕਿ ਪੂਰਬੀ ਦੇਸ਼ਾਂ ਵਿੱਚ ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪੀਣ ਦੀ ਰਵਾਇਤ ਹੈ, ਕਿਉਂਕਿ ਇਸ ਵਿੱਚ ਜਾਦੂਈ ਤਾਕਤਾਂ ਹੁੰਦੀਆਂ ਹਨ। ਤੁਰੰਤ ਹੀ ਆਲੇ ਦੁਆਲੇ ਖਬਰ ਫੈਲ ਗਈ ਅਤੇ ਬਹੁਤ ਸਾਰੇ ਲੋਕ ਸਿਰਫ ਇਸ ਲਈ ਹੀ ਪਹਾੜੀ ਤੇ ਚੜ੍ਹਨ ਲੱਗੇ ਤਾਂ ਕਿ ਉਹ ਉਸ ਦੁਕਾਨ ਨੂੰ ਦੇਖ ਸਕਣ ਜਿਹੜੀ ਇੱਕ ਪੁਰਾਣੇ ਕਾਰੋਬਾਰ ਵਿੱਚ ਕੁਝ ਨਵੀਂ ਗੱਲ ਕਰ ਰਹੀ ਸੀ। ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪਿਲਾਉਣ ਵਾਲੀਆਂ ਹੋਰ ਦੁਕਾਨਾਂ ਵੀ ਖੁੱਲ੍ਹ ਗਈਆਂ, ਪਰ ਉਹ ਪਹਾੜੀ ਦੇ ਸਿਖਰ ਤੇ ਨਹੀਂ ਸਨ, ਜਿਸ ਕਰਕੇ ਉਹਨਾਂ ਦਾ ਕਾਰੋਬਾਰ ਚੰਗਾ ਨਹੀਂ ਸੀ। ਆਖਿਰਕਾਰ ਵਪਾਰੀ ਨੂੰ 2 ਹੋਰ ਮੁਲਾਜ਼ਮ ਰੱਖਣੇ ਪਏ। ਉਸਨੇ ਕ੍ਰਿਸਟਲ ਦੇ ਸਮਾਨ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਚਾਹ ਵੀ ਵਿਦੇਸ਼ਾਂ ਤੋਂ ਮੰਗਵਾਉਣੀ ਸ਼ੁਰੂ ਕਰ ਲਈ ਅਤੇ ਉਸਦੀ ਦੁਕਾਨ ਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਖਰੀਦਣ ਦੇ ਚਾਹਵਾਨ ਮਰਦ ਅਤੇ ਔਰਤਾਂ ਆਉਣ ਲੱਗੇ ਅਤੇ ਇਸ ਤਰ੍ਹਾਂ ਕਈ ਹੋਰ ਮਹੀਨੇ ਲੰਘ ਗਏ। ਮੁੰਡਾ ਤੜਕਸਾਰ ਉੱਠ ਖੜਾ ਹੋਇਆ। ਉਸਨੂੰ ਅਫਰੀਕੀ ਮਹਾਦੀਪ ਤੇ ਪੈਰ ਧਰਿਆਂ 11 ਮਹੀਨੇ ਤੇ 9 ਦਿਨ ਹੋ ਗਏ ਸਨ। ਉਸਨੇ ਚਿੱਟੀ ਮਲਮਲ ਦੇ ਆਪਣੇ ਉਹ ਅਰਬੀ ਕੱਪੜੇ ਪਾਏ ਜਿਹੜੇ ਇਸ ਖਾਸ ਦਿਨ ਲਈ ਖਰੀਦੇ ਸਨ। ਉਸਨੇ ਆਪਣੇ ਸਿਰ ਤੇ ਕੱਪੜਾ ਰੱਖਿਆ ਅਤੇ ਉਸ ਦੁਆਲੇ ਊਠ ਦੀ ਚਮੜੀ ਦਾ ਬਣਿਆ ਨਾਲਾ ਬੰਨ੍ਹ ਲਿਆ। ਆਪਣੇ ਨਵੇਂ ਸੈਂਡਲ ਪਾ ਕੇ ਉਹ ਚੁੱਪ-ਚੁਪੀਤੇ ਪੌੜੀਆਂ ਉਤਰ ਗਿਆ। ਸ਼ਹਿਰ ਹਾਲੇ ਵੀ ਸੁੱਤਾ ਪਿਆ ਸੀ। ਉਸਨੇ ਆਪਣੇ ਲਈ ਇੱਕ ਸੈਂਡਵਿਚ ਬਣਾਇਆ ਅਤੇ ਕ੍ਰਿਸਟਲ ਦੇ ਗਲਾਸ ਵਿੱਚ ਚਾਹ ਪੀਤੀ। ਫਿਰ ਉਹ ਸੂਰਜ ਦੀ ਰੌਸ਼ਨੀ ਵਿੱਚ ਦਰਵਾਜ਼ੇ ਵਿੱਚ ਬੈਠ ਕੇ ਹੁੱਕਾ ਪੀਣ ਲੱਗਾ। ਉਹ ਬਿਨਾਂ ਕੁਝ ਸੋਚਿਆ ਚੁੱਪ-ਚੁਪੀਤੇ ਹੁੱਕਾ ਪੀਂਦਾ ਰਿਹਾ ਅਤੇ ਉਸ ਹਵਾ ਦੀ ਆਵਾਜ਼ ਸੁਣਦਾ ਰਿਹਾ ਜਿਹੜੀ ਮਾਰੂਥਲ ਦੀ ਖੁਸ਼ਬੂ ਲੈ ਕੇ ਆ ਰਹੀ ਸੀ। ਜਦੋਂ ਹੁੱਕਾ ਪੀ ਚੁੱਕਿਆ ਤਾਂ ਉਸਨੇ ਆਪਣੀ ਜੇਬ ਵਿੱਚ ਹੱਥ ਮਾਰੇ ਅਤੇ ਕੁਝ ਪਲਾਂ ਲਈ ਬੈਠਾ ਦੇਖਦਾ ਰਿਹਾ ਕਿ ਉਸਦੇ ਹੱਥ ਵਿੱਚ ਕੀ ਹੈ। ਉਸਦੇ ਹੱਥ ਵਿੱਚ ਪੈਸਿਆਂ ਦੀ ਥੱਬੀ ਸੀ। ਉਸ ਕੋਲ ਇੰਨੇ ਪੈਸੇ ਸਨ ਕਿ ਉਹ 120 ਭੇਡਾਂ ਵਾਪਸੀ ਦੀ ਟਿਕਟ ਅਤੇ ਆਪਣੇ ਦੇਸ਼ ਵਿੱਚ ਅਫਰੀਕਾ ਤੋਂ ਸਮਾਨ ਮੰਗਵਾਉਣ ਦਾ ਲਾਇਸੈਂਸ ਲੈ ਸਕਦਾ ਸੀ। ਉਹ ਸਬਰ ਨਾਲ ਬੈਠਾ ਉਡੀਕਦਾ ਰਿਹਾ ਕਿ ਵਪਾਰੀ ਉੱਠ ਕੇ ਦੁਕਾਨ ਖੋਲੇ। ਫਿਰ ਦੋਵੇਂ ਜਾਣੇ ਹੋਰ ਚਾਹ ਪੀਣ ਲੱਗੇ। ਮੁੰਡੇ ਨੇ ਕਿਹਾ, ਮੈਂ ਅੱਜ ਜਾ ਰਿਹਾ ਹਾਂ। ਮੇਰੇ ਕੋਲ ਭੇਡਾਂ ਖਰੀਦਣ ਜੋਗਾ ਪੈਸਾ ਹੈ ਅਤੇ ਤੇਰੇ ਕੋਲ ਮੱਕੇ ਜਾਣ ਲਈ ਪੈਸਾ ਹੋ ਗਿਆ ਹੈ। ਵਡੇਰੀ ਉਮਰ ਦੇ ਵਪਾਰੀ ਨੇ ਕੁਝ ਨਾ ਕਿਹਾ। ਮੁੰਡੇ ਨੇ ਪੁੱਛਿਆ, ਕਿ ਤੂੰ ਮੈਨੂੰ ਆਸ਼ੀਰਵਾਦ ਨਹੀਂ ਦੇਵੇਂਗਾ? ਤੂੰ ਮੇਰੀ ਮਦਦ ਕੀਤੀ ਹੈ। ਬੰਦਾ ਚੁੱਪ-ਚੁਪੀਤਾ ਚਾਹ ਤਿਆਰ ਕਰਦਾ ਰਿਹਾ। ਫਿਰ ਉਹ ਮੁੰਡੇ ਵੱਲ ਨੂੰ ਮੁੜਿਆ। ਉਸ ਕਿਹਾ, ਮੈਨੂੰ ਤੇਰੇ ਤੇ ਮਾਣ ਹੈ। ਤੂੰ ਮੇਰੀ ਦੁਕਾਨ ਵਿੱਚ ਇੱਕ ਨਵਾਂ ਹੁਲਾਰਾ ਲਿਆਂਦਾ ਹੈ, ਪਰ ਤੈਨੂੰ ਦੱਸਾਂ ਕਿ ਮੈਂ ਮੱਕੇ ਨਹੀਂ ਜਾ ਰਿਹਾ। ਐਨ ਉਸੇ ਤਰ੍ਹਾਂ ਹੀ ਜਿਵੇਂ ਤੂੰ ਜਾਣਦਾ ਹੈ ਕਿ ਤੂੰ ਭੇਡਾਂ ਨਹੀਂ ਖਰੀਦ ਰਿਹਾ। ਤੈਨੂੰ ਇਹ ਗੱਲ ਕਿਸਨੇ ਦੱਸੀ? ਮੁੰਡੇ ਨੇ ਹੈਰਾਨ ਹੋ ਕੇ ਪੁੱਛਿਆ। ਮਕਤੂਬ, ਕ੍ਰਿਸਟਲ ਦੇ ਵਪਾਰੀ ਨੇ ਕਿਹਾ ਅਤੇ ਉਸਨੇ ਮੁੰਡੇ ਨੂੰ ਆਸ਼ੀਰਵਾਦ ਦਿੱਤਾ। ਮੁੰਡਾ ਆਪਣੇ ਕਮਰੇ ਵਿੱਚ ਗਿਆ ਅਤੇ ਆਪਣਾ ਸਾਜ਼ ਸਮਾਨ ਬੰਨ੍ਹ ਲਿਆ। ਇਸ ਨਾਲ 3 ਬੋਰੀਆਂ ਭਰ ਗਈਆਂ। ਜਦੋਂ ਉਹ ਜਾਣ ਲੱਗਾ ਤਾਂ ਉਸਨੇ ਕਮਰੇ ਦੇ ਕੋਨੇ ਵਿੱਚ ਪਈ ਆਪਣੀ ਪੁਰਾਣੀ ਆਜੜੀਆਂ ਵਾਲੀ ਪੋਟਲੀ ਦੇਖੀ। ਇਹ ਖੂੰਜੇ ਵਿੱਚ ਪਈ ਸੀ ਅਤੇ ਲੰਮੇ ਸਮੇਂ ਤੋਂ ਉਸਨੂੰ ਇਸਦਾ ਧਿਆਨ ਹੀ ਨਹੀਂ ਸੀ ਆਇਆ। ਇਹ ਸੋਚਦੇ ਹੋਏ ਕਿ ਆਪਣੀ ਜੈਕਟ ਉਹ ਗਲੀ ਦੇ ਵਿੱਚ ਦੇ ਦੇਵੇਗਾ, ਉਸਨੇ ਜੈਕਟ ਪੋਟਲੀ ਵਿੱਚੋਂ ਕੱਢੀ ਤਾਂ 2 ਪੱਥਰ ਜ਼ਮੀਨ ਤੇ ਆ ਡਿੱਗੇ, ਉਰਿਮ ਅਤੇ ਥੁਰਿਮ। ਇਸ ਨਾਲ ਮੁੰਡੇ ਨੂੰ ਉਸ ਬਜ਼ੁਰਗ ਬਾਦਸ਼ਾਹ ਦੀ ਯਾਦ ਆ ਗਈ ਅਤੇ ਉਹ ਇਹ ਮਹਿਸੂਸ ਕਰਕੇ ਹੈਰਾਨ ਰਹਿ ਗਿਆ ਕਿ ਕਿੰਨੇ ਲੰਮੇ ਸਮੇਂ ਤੋਂ ਉਸਨੇ ਉਸ ਬਾਰੇ ਸੋਚਿਆ ਤੱਕ ਨਹੀਂ ਸੀ। ਕਰੀਬ 1 ਸਾਲ ਤੱਕ ਉਹ ਲਗਾਤਾਰ ਕੰਮ ਕਰਦਾ ਰਿਹਾ ਅਤੇ ਉਸਦੀ ਸਿਰਫ ਇੱਕੋ ਇੱਕ ਸੋਚ ਇਹ ਸੀ ਕਿ ਉਹ ਇੰਨਾ ਪੈਸਾ ਕਮਾ ਸਕੇ ਕਿ ਮਾਨ ਸਤਿਕਾਰ ਨਾਲ ਸਪੇਨ ਵਾਪਿਸ ਪਰਤ ਸਕੇ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਕਦੇ ਵੀ ਸੁਪਨੇ ਲੈਣੇ ਬੰਦ ਨਾ ਕਰੀ, ਨਿਸ਼ਾਨੀਆਂ ਮੁਤਾਬਿਕ ਚੱਲੀ।
ਮੁੰਡੇ ਨੇ ਉਰਮ ਤੇ ਥੁਰਿਮ ਚੁੱਕ ਲਏ ਅਤੇ ਇੱਕ ਵਾਰ ਫਿਰ ਉਸਨੂੰ ਇਹ ਮਹਿਸੂਸ ਹੋਇਆ ਕਿ ਬਜ਼ੁਰਗ ਬਾਦਸ਼ਾਹ ਕਿਤੇ ਨੇੜੇ ਤੇੜੇ ਹੀ ਸੀ। ਉਸਨੇ ਸਾਲ ਭਰ ਸਖਤ ਮਿਹਨਤ ਕੀਤੀ ਸੀ ਅਤੇ ਨਿਸ਼ਾਨੀਆਂ ਇਹ ਦੱਸਦੀਆਂ ਸਨ ਕਿ ਉਸਦੇ ਰਵਾਨਾ ਹੋਣ ਦਾ ਸਮਾਂ ਆ ਗਿਆ ਹੈ। ਮੁੰਡੇ ਨੇ ਸੋਚਿਆ ਕਿ ਮੈਂ ਉਹੀ ਕੁਝ ਕਰਨ ਜਾ ਰਿਹਾ ਹਾਂ ਜੋ ਕੁਝ ਮੈਂ ਪਹਿਲਾਂ ਕਰਿਆ ਕਰਦਾ ਸੀ। ਇਸ ਗੱਲ ਦੇ ਬਾਵਜੂਦ ਕਿ ਭੇਡਾਂ ਨੇ ਮੈਨੂੰ ਅਰਬੀ ਬੋਲਣੀ ਨਹੀਂ ਸੀ ਸਿਖਾਈ, ਪਰ ਭੇਡਾਂ ਨੇ ਉਸਨੂੰ ਇਸ ਤੋਂ ਕਿਤੇ ਅਹਿਮ ਗੱਲ ਸਿਖਾਈ ਸੀ। ਉਹ ਇਹ ਕਿ ਸੰਸਾਰ ਵਿੱਚ ਇੱਕ ਐਸੀ ਭਾਸ਼ਾ ਵੀ ਹੈ ਜਿਸ ਨੂੰ ਹਰ ਕੋਈ ਸਮਝਦਾ ਹੈ। ਇਹ ਉਹ ਭਾਸ਼ਾ ਹੈ ਜਿਸ ਦੀ ਵਰਤੋਂ ਮੁੰਡੇ ਨੇ ਦੁਕਾਨ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੀਤੀ ਸੀ। ਇਹ ਉਤਸ਼ਾਹ ਦੀ, ਪਿਆਰ ਅਤੇ ਮੱਤਮ ਨਾਲ ਕੀਤੇ ਹੋਏ ਕੰਮਾਂ ਦੀ ਭਾਸ਼ਾ ਸੀ ਅਤੇ ਨਾਲ ਦੀ ਨਾਲ ਉਸ ਚੀਜ਼ ਦੀ ਖੋਜ ਦੀ ਭਾਸ਼ਾ ਸੀ ਜਿਸ ਦੀ ਕੋਈ ਬੰਦਾ ਇੱਛਾ ਰੱਖਦਾ ਹੋਵੇ। ਟੈਂਗੀਅਰ ਹੁਣ ਕੋਈ ਅਜਨਬੀ ਸ਼ਹਿਰ ਨਹੀਂ ਸੀ ਰਹਿ ਗਿਆ। ਉਸਨੇ ਮਹਿਸੂਸ ਕੀਤਾ ਕਿ ਜਿਵੇਂ ਉਸਨੇ ਇਸ ਥਾਂ ਤੇ ਜਿੱਤ ਹਾਸਿਲ ਕੀਤੀ ਹੋਵੇ, ਉਸੇ ਤਰ੍ਹਾਂ ਹੀ ਉਹ ਸੰਸਾਰ ਨੂੰ ਵੀ ਜਿੱਤ ਸਕਦਾ ਹੈ। ਜਦੋਂ ਤੁਸੀਂ ਕੋਈ ਚੀਜ਼ ਹਾਸਿਲ ਕਰਨ ਦੀ ਇੱਛਾ ਕਰੋ ਤਾਂ ਸਾਰੀ ਕਾਇਨਾਤ ਇਸ ਨੂੰ ਹਾਸਿਲ ਕਰਨ ਵਿੱਚ ਤੁਹਾਡੀ ਮਦਦ ਕਰਨ ਦੀ ਸਾਜ਼ਿਸ਼ ਰਚਦੀ ਹੈ, ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ। ਪਰ ਬਜ਼ੁਰਗ ਬਾਦਸ਼ਾਹ ਨੇ ਲੁੱਟੇ ਜਾਣ ਬਾਰੇ ਜਾਂ ਅਮੁਕ ਮਾਰੂਥਲਾਂ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਕੁਝ ਨਹੀਂ ਸੀ ਕਿਹਾ ਜਿਨ੍ਹਾਂ ਦੇ ਸੁਪਨੇ ਤਾਂ ਹਨ ਪਰ ਉਹਨਾਂ ਨੂੰ ਪੂਰੇ ਨਹੀਂ ਕਰਨਾ ਚਾਹੁੰਦੇ। ਬਜ਼ੁਰਗ ਬਾਦਸ਼ਾਹ ਨੇ ਉਸਨੂੰ ਇਹ ਨਹੀਂ ਸੀ ਦੱਸਿਆ ਕਿ ਪਿਰਾਮਿਡ ਸਿਰਫ ਪੱਥਰਾਂ ਦੀਆਂ ਢੇਰੀਆਂ ਹਨ ਜਾਂ ਇਹ ਕਿ ਇਹਨਾਂ ਨੂੰ ਕੋਈ ਵੀ ਆਪਣੇ ਘਰ ਦੇ ਪਿਛਵਾੜੇ ਬਣਾ ਸਕਦਾ ਹੈ। ਅਤੇ ਉਹ ਇਹ ਵੀ ਦੱਸਣਾ ਭੁੱਲ ਗਿਆ ਸੀ ਕਿ ਜਦੋਂ ਤੁਹਾਡੇ ਕੋਲ ਆਪਣੇ ਪਹਿਲਾਂ ਵਾਲੀ ਇੱਜੜ ਨਾਲੋਂ ਵੱਧ ਭੇਡਾਂ ਖਰੀਦਣ ਜੋਗਾ ਪੈਸਾ ਹੋ ਜਾਵੇ ਤਾਂ ਤੁਹਾਨੂੰ ਇਹ ਖਰੀਦ ਲੈਣੀਆਂ ਚਾਹੀਦੀਆਂ ਹਨ। ਮੁੰਡੇ ਨੇ ਆਪਣੀ ਪੋਟਲੀ ਚੁੱਕੀ ਅਤੇ ਇਸ ਨੂੰ ਹੋਰ ਚੀਜ਼ਾਂ ਦੇ ਨਾਲ ਹੀ ਰੱਖ ਲਿਆ। ਉਹ ਪੌੜੀਆਂ ਉਤਰਿਆ ਅਤੇ ਦੇਖਿਆ ਕਿ ਵਪਾਰੀ ਇੱਕ ਵਿਦੇਸ਼ੀ ਜੋੜੇ ਨੂੰ ਸਮਾਨ ਦਿਖਾ ਰਿਹਾ ਸੀ, ਜਦੋਂ ਕਿ ਦੋ ਹੋਰ ਗਾਹਕ ਦੁਕਾਨ ਵਿੱਚ ਬੈਠੇ ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪੀ ਰਹੇ ਸਨ। ਸਵੇਰ ਦੇ ਸਮੇਂ ਜਿੰਨਾ ਕੰਮ ਆਮ ਤੌਰ ਤੇ ਜਿੰਨਾ ਦੁਕਾਨ ਵਿੱਚ ਹੁੰਦਾ ਹੈ ਉਸ ਨਾਲੋਂ ਵੱਧ ਦਿਖਾਈ ਦੇ ਰਿਹਾ ਸੀ। ਜਿਸ ਥਾਂ ਤੇ ਉਹ ਖੜਾ ਸੀ ਉੱਥੇ ਉਸਨੇ ਪਹਿਲੀ ਵਾਰ ਦੇਖਿਆ ਕਿ ਵਡੇਰੀ ਉਮਰ ਦੇ ਵਪਾਰੀ ਦੇ ਬਾਲ ਬਜ਼ੁਰਗ ਬਾਦਸ਼ਾਹ ਦੇ ਬਾਲਾਂ ਨਾਲ ਮਿਲਦੇ ਜੁਲਦੇ ਸਨ। ਉਸਨੂੰ ਟੈਂਗੀਅਰ ਵਿੱਚ ਪਹਿਲੇ ਦਿਨ ਦੌਰਾਨ ਮਿਠਾਈ ਵੇਚਣ ਵਾਲੇ ਦੀ ਮੁਸਕਰਾਹਟ ਚੇਤੇ ਆਈ। ਉਸ ਦਿਨ ਉਸ ਕੋਲ ਨਾ ਖਾਣ ਲਈ ਕੋਈ ਥਾਂ ਸੀ ਤੇ ਨਾ ਰਹਿਣ ਲਈ। ਉਹ ਮੁਸਕਰਾਹਟ ਵੀ ਬਜ਼ੁਰਗ ਬਾਦਸ਼ਾਹ ਦੀ ਮੁਸਕਰਾਹਟ ਵਰਗੀ ਹੀ ਸੀ। ਉਸਨੇ ਸੋਚਿਆ ਕਿ ਇਹ ਤਾਂ ਇਵੇਂ ਹੀ ਸੀ ਜਿਵੇਂ ਉਹ ਇੱਥੇ ਆਇਆ ਹੋਵੇ ਅਤੇ ਆਪਣੀ ਨਿਸ਼ਾਨੀ ਛੱਡ ਗਿਆ ਹੋਵੇ। ਇਸ ਦੇ ਬਾਵਜੂਦ ਇਹ ਲੋਕ ਕਦੇ ਵੀ ਬੁੱਢੇ ਬਾਦਸ਼ਾਹ ਨੂੰ ਨਹੀਂ ਸਨ ਮਿਲੇ। ਦੂਜੇ ਪਾਸੇ ਉਸਨੇ ਇਹ ਕਿਹਾ ਕਿ ਉਹ ਸਦਾ ਹੀ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਹਾਜ਼ਰ ਹੁੰਦਾ ਹੈ ਜਿਹੜੇ ਆਪੋ ਆਪਣੀ ਹੋਣੀ ਹਾਸਿਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਕ੍ਰਿਸਟਲ ਦੇ ਵਪਾਰੀ ਨੂੰ ਅਲਵਿਦਾ ਕਹੇ ਬਿਨਾਂ ਹੀ ਰਵਾਨਾ ਹੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਹੋਰਾਂ ਲੋਕਾਂ ਦੀ ਮੌਜੂਦਗੀ ਵਿੱਚ ਉਹਦਾ ਰੋਣਾ ਨਿਕਲ ਜਾਵੇ। ਉਸਨੂੰ ਇਸ ਥਾਂ ਦਾ ਚੇਤਾ ਆਉਣਾ ਸੀ ਅਤੇ ਜਿਹੜੀਆਂ ਗੱਲਾਂ ਇੱਥੇ ਸਿੱਖੀਆਂ ਸਨ ਉਹਨਾਂ ਦੀ ਸਿੱਖ ਰਹਿਣੀ ਸੀ। ਪਰ ਉਸਨੂੰ ਆਪਣੇ ਆਪ ਵਿੱਚ ਪਹਿਲਾਂ ਨਾਲੋਂ ਵੱਧ ਭਰੋਸਾ ਸੀ ਅਤੇ ਮਹਿਸੂਸ ਕਰਦਾ ਸੀ ਕਿ ਉਹ ਸੰਸਾਰ ਨੂੰ ਜਿੱਤ ਸਕਦਾ ਹੈ। ਪਰ ਮੈਂ ਉਹਨਾਂ ਖੇਤਾਂ ਵਿੱਚ ਜਾ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਤਾਂ ਕਿ ਮੈਂ ਆਪਣੀਆਂ ਭੇਡਾਂ ਦੀ ਸੰਭਾਲ ਕਰ ਸਕਾਂ, ਉਸਨੇ ਆਪਣੇ ਆਪ ਨੂੰ ਦ੍ਰਿੜਤਾ ਨਾਲ ਕਿਹਾ। ਪਰ ਉਹ ਆਪਣੇ ਇਸ ਫੈਸਲੇ ਤੇ ਖੁਸ਼ ਨਹੀਂ ਸੀ। ਉਸਨੇ ਸਾਲ ਭਰ ਸਖਤ ਮਿਹਨਤ ਕੀਤੀ ਸੀ ਤਾਂ ਕਿ ਉਸਦਾ ਸੁਪਨਾ ਪੂਰਾ ਹੋ ਸਕੇ ਅਤੇ ਇਹ ਸੁਪਨਾ ਹਰ ਪਲ ਹੀ ਮਹੱਤਤਾ ਗੁਆ ਰਿਹਾ ਸੀ। ਸ਼ਾਇਦ ਇਹ ਉਸਦਾ ਸੁਪਨਾ ਹੀ ਨਹੀਂ ਸੀ, ਕੀ ਪਤਾ। ਖਬਰੇ ਕ੍ਰਿਸਟਲ ਦੇ ਵਪਾਰੀ ਵਾਂਗ ਰਹਿਣਾ ਕਿਤੇ ਚੰਗਾ ਹੈ। ਕਦੇ ਵੀ ਮੱਕੇ ਨਾ ਜਾਓ ਅਤੇ ਆਪਣੀ ਸਾਰੀ ਜ਼ਿੰਦਗੀ ਮੱਕੇ ਜਾਣ ਦੀ ਇੱਛਾ ਕਰਦਿਆਂ ਹੀ ਬਿਤਾ ਦਿਓ। ਉਸਨੇ ਆਪਣੇ ਆਪ ਨੂੰ ਤਸੱਲੀ ਦੇਣ ਲਈ ਮੁੜ ਸੋਚਿਆ, ਪਰ ਜਿਉਂ ਹੀ ਉਸਨੇ ਉਰਿਮ ਅਤੇ ਥੁਰਿਮ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਉਹਨਾਂ ਨੇ ਉਸਦੇ ਅੰਦਰ ਬੁੱਢੇ ਬਾਦਸ਼ਾਹ ਵਾਲੀ ਤਾਕਤ ਅਤੇ ਇੱਛਾ ਸ਼ਕਤੀ ਦਾ ਸੰਚਾਰ ਕਰ ਦਿੱਤਾ। ਅਚਨਚੇਤ ਹੀ ਜਾਂ ਫਿਰ ਮੁੰਡੇ ਦੇ ਸੋਚਣ ਮੁਤਾਬਿਕ ਇਹ ਇੱਕ ਨਿਸ਼ਾਨੀ ਹੀ ਸੀ ਕਿ ਉਹ ਉਸੇ ਕਾਹਵੇ ਖਾਨੇ ਵਿੱਚ ਪਹੁੰਚ ਗਿਆ ਜਿੱਥੇ ਉਹ ਪਹਿਲੇ ਦਿਨ ਦਾਖਲ ਹੋਇਆ ਸੀ। ਚੋਰ ਉੱਥੇ ਨਹੀਂ ਸੀ ਅਤੇ ਮਾਲਿਕ ਨੇ ਉਸਨੂੰ ਚਾਹ ਦਾ ਕੱਪ ਲਿਆ ਕੇ ਦਿੱਤਾ। ਮੁੰਡੇ ਨੇ ਸੋਚਿਆ ਕਿ ਮੈਂ ਕਦੇ ਵੀ ਜਾ ਕੇ ਭੇਡਾਂ ਪਾਲਣ ਦਾ ਕੰਮ ਸ਼ੁਰੂ ਕਰ ਸਕਦਾ ਹਾਂ। ਮੈਂ ਭੇਡਾਂ ਦੀ ਦੇਖਭਾਲ ਕਰਨਾ ਸਿੱਖਿਆ ਹੋਇਆ ਹੈ ਅਤੇ ਮੈਂ ਹੁਣ ਤੱਕ ਨਹੀਂ ਭੁੱਲਾ ਕਿ ਇਹ ਕਿਵੇਂ ਕਰੀਦੀ ਹੈ। ਪਰ ਸ਼ਾਇਦ ਮਿਸਰ ਦੇ ਪਿਰਾਮਿਡ ਦੇਖਣ ਦਾ ਮੌਕਾ ਮੈਨੂੰ ਹੋਰ ਕਦੇ ਨਾ ਮਿਲੇ। ਬਜ਼ੁਰਗ ਬਾਦਸ਼ਾਹ ਦੇ ਸੋਨੇ ਦਾ ਜਰਬਾਕ ਦਰਦ ਪਾਇਆ ਹੋਇਆ ਸੀ ਅਤੇ ਉਸਨੂੰ ਮੇਰੇ ਭੂਤਕਾਲ ਦਾ ਪਤਾ ਸੀ। ਉਹ ਸੱਚਮੁੱਚ ਹੀ ਬਾਦਸ਼ਾਹ ਸੀ, ਇੱਕ ਅਕਲਮੰਦ ਬਾਦਸ਼ਾਹ। ਅੰਦਾਲੂਸ਼ੀਆ ਦੀਆਂ ਪਹਾੜੀਆਂ ਸਿਰਫ 2 ਘੰਟਿਆਂ ਦੀ ਦੂਰੀ ਤੇ ਸਨ, ਪਰ ਉਸਦੇ ਅਤੇ ਪਿਰਾਮਿਡਾਂ ਦੇ ਵਿਚਕਾਰ ਇੱਕ ਲੰਮਾ ਮਾਰੂਥਲ ਸੀ। ਫਿਰ ਵੀ ਮੁੰਡੇ ਨੇ ਸੋਚਿਆ ਕਿ ਇਹ ਇਸ ਹਾਲਤ ਬਾਰੇ ਸੋਚਣ ਦਾ ਇੱਕ ਹੋਰ ਤਰੀਕਾ ਵੀ ਹੈ। ਉਹ ਇਹ ਕਿ ਉਹ ਆਪਣੇ ਖਜ਼ਾਨੇ ਤੋਂ 2 ਘੰਟੇ ਨੇੜੇ ਹੋ ਗਿਆ ਹੈ।
ਇਹ ਗੱਲ ਵੱਖਰੀ ਹੈ ਕਿ ਇਹ 2 ਘੰਟੇ ਕਰੀਬ 1 ਸਾਲ ਤੱਕ ਫੈਲ ਗਏ ਸਨ। ਉਸਨੇ ਸੋਚਿਆ, ਮੈਂ ਜਾਣਦਾ ਹਾਂ ਕਿ ਮੈਂ ਆਪਣੀਆਂ ਭੇਡਾਂ ਕੋਲ ਕਿਉਂ ਵਾਪਸ ਜਾਣਾ ਚਾਹੁੰਦਾ ਹਾਂ। ਮੈਂ ਭੇਡਾਂ ਨੂੰ ਸਮਝਦਾ ਹਾਂ। ਉਹ ਮੇਰੇ ਲਈ ਕੋਈ ਸਮੱਸਿਆ ਨਹੀਂ ਹਨ ਅਤੇ ਉਹ ਮੇਰੀਆਂ ਚੰਗੀਆਂ ਮਿੱਤਰ ਵੀ ਬਣ ਸਕਦੀਆਂ ਹਨ। ਦੂਜੇ ਪਾਸੇ ਮੈਂ ਇਹ ਨਹੀਂ ਜਾਣਦਾ ਕਿ ਮਾਰੂਥਲ ਦੋਸਤ ਵੀ ਹੋ ਸਕਦਾ ਹੈ ਜਾਂ ਨਹੀਂ। ਇਹ ਮਾਰੂਥਲ ਹੀ ਹੈ ਜਿੱਥੇ ਮੈਂ ਆਪਣਾ ਖਜ਼ਾਨਾ ਲੱਭਣਾ ਹੈ। ਜੇ ਮੈਂ ਉਸਨੂੰ ਨਾ ਲੱਭ ਸਕਿਆ ਤਾਂ ਮੈਂ ਕਿਸੇ ਵੀ ਵੇਲੇ ਘਰ ਪਰਤ ਸਕਦਾ ਹਾਂ। ਮੇਰੇ ਕੋਲ ਆਖਿਰਕਾਰ ਕਾਫੀ ਪੈਸਾ ਵੀ ਹੈ ਅਤੇ ਸਮਾਂ ਵੀ, ਪਰ ਕਿਉਂ ਨਾ ਚੱਲਿਆ ਜਾਵੇ। ਉਸਨੇ ਅਚਨਚੇਤ ਹੀ ਆਪਣੇ ਆਪ ਨੂੰ ਬਹੁਤ ਖੁਸ਼ ਮਹਿਸੂਸ ਕੀਤਾ। ਵਾਪਿਸ ਜਾ ਕੇ ਆਜੜੀ ਤਾਂ ਉਹ ਕਦੇ ਵੀ ਬਣ ਸਕਦਾ ਸੀ। ਉਹ ਜ਼ਿੰਦਗੀ ਵਿੱਚ ਕਦੇ ਵੀ ਕ੍ਰਿਸਟਲ ਦਾ ਕਾਰੋਬਾਰ ਵੀ ਕਰ ਸਕਦਾ ਸੀ। ਸੰਸਾਰ ਵਿੱਚ ਖਬਰੇ ਹੋਰ ਵੀ ਕਈ ਛੁਪੇ ਹੋਏ ਖਜ਼ਾਨੇ ਹਨ, ਪਰ ਉਸਨੇ ਇੱਕ ਸੁਪਨਾ ਲਿਆ ਸੀ ਅਤੇ ਉਹ ਬਾਦਸ਼ਾਹ ਨੂੰ ਮਿਲਿਆ ਸੀ। ਇਹ ਹਰ ਕਿਸੇ ਨਾਲ ਨਹੀਂ ਵਾਪਰਦਾ। ਜਦੋਂ ਕਹਾਵਾ ਘਰ ਤੋਂ ਬਾਹਰ ਨਿਕਲਿਆ ਤਾਂ ਉਹ ਸੋਚ ਰਿਹਾ ਸੀ। ਉਸਨੂੰ ਚੇਤਾ ਆਇਆ ਕਿ ਕ੍ਰਿਸਟਲ ਦੇ ਵਪਾਰੀ ਦਾ ਸਮਾਨ ਪਹੁੰਚਾਉਣ ਵਾਲਾ ਇੱਕ ਵਿਅਕਤੀ ਆਪਣਾ ਸਮਾਨ ਉਹਨਾਂ ਕਾਫਲਿਆਂ ਰਾਹੀਂ ਲਿਆਉਂਦਾ ਸੀ ਜਿਹੜੇ ਮਾਰੂਥਲ ਵਿੱਚ ਦੀ ਲੰਘਦੇ ਸਨ। ਉਸਨੇ ਉਰਿਮ ਅਤੇ ਥੁਰਿਮ ਨੂੰ ਆਪਣੇ ਹੱਥ ਵਿੱਚ ਲਿਆ। ਇਨ੍ਹਾਂ ਹੀ 2 ਪੱਥਰਾਂ ਕਾਰਨ ਉਹ ਇੱਕ ਵਾਰ ਫਿਰ ਆਪਣੇ ਖਜ਼ਾਨੇ ਵੱਲ ਨੂੰ ਰਵਾਨਾ ਹੋ ਰਿਹਾ ਸੀ। ਬੁੱਢੇ ਬਾਦਸ਼ਾਹ ਨੇ ਉਸਨੂੰ ਕਿਹਾ ਸੀ, ਜਦੋਂ ਵੀ ਕੋਈ ਆਪਣੀ ਹੋਣੀ ਨੂੰ ਹਾਸਿਲ ਕਰਨ ਦੀ ਇੱਛਾ ਰੱਖਦਾ ਹੈ ਤਾਂ ਮੈਂ ਸਦਾ ਉਸਦੇ ਕੋਲ ਹੁੰਦਾ ਹਾਂ। ਉਸ ਸਮਾਨ ਲਿਆਉਣ ਵਾਲੇ ਬੰਦੇ ਦੇ ਗੋਦਾਮ ਵਿੱਚ ਜਾਣ ਅਤੇ ਇਹ ਪਤਾ ਕਰਨ ਕਿ ਪਿਰਾਮਿਡ ਸੱਚੀ ਮੁੱਚੀ ਓਨੀ ਦੂਰ ਹਨ ਕਿ ਨਹੀਂ ਦਾ ਤਾਂ ਕੋਈ ਮੁੱਲ ਨਹੀਂ ਲੱਗਦਾ। ਉਹ ਅੰਗਰੇਜ਼ ਇੱਕ ਐਸੇ ਢਾਰੇ ਵਿੱਚ ਬੈਂਚ ਤੇ ਬੈਠਾ ਸੀ ਜਿਸ ਵਿੱਚ ਜਾਨਵਰਾਂ ਦੇ ਮੁੜਕੇ ਅਤੇ ਧੂੜ ਦੀ ਬੋ ਆ ਰਹੀ ਸੀ। ਇਹ ਅੱਧਾ ਗੋਦਾਮ ਸੀ ਅਤੇ ਅੱਧ ਡੰਗਰਾਂ ਦਾ ਵਾੜਾ। ਉਸਨੇ ਰਸਾਇਣ ਸ਼ਾਸਤਰ ਨਾਲ ਸੰਬੰਧਿਤ ਇੱਕ ਰਸਾਲੇ ਦੇ ਪੰਨੇ ਪਰਤਦੇ ਹੋਏ ਸੋਚਿਆ, ਮੈਂ ਕਦੇ ਵੀ ਨਹੀਂ ਸੋਚਿਆ ਕਿ ਮੈਂ ਕਦੇ ਐਸੀ ਥਾਂ ਤੇ ਆਵਾਂਗਾ। ਮੈਂ 10 ਸਾਲ ਯੂਨੀਵਰਸਿਟੀ ਵਿੱਚ ਲਾਏ ਅਤੇ ਹੁਣ ਮੈਂ ਇੱਥੇ ਡੰਗਰਾਂ ਦੇ ਬਾੜੇ ਵਿੱਚ ਬੈਠਾ ਹਾਂ। ਪਰ ਉਸਨੇ ਅੱਗੇ ਜਾਣਾ ਸੀ। ਉਹ ਵੀ ਨਿਸ਼ਾਨੀਆਂ ਜਾਂ ਸ਼ਗਨਾਂ ਵਿੱਚ ਯਕੀਨ ਰੱਖਦਾ ਸੀ। ਉਸਦੀ ਸਾਰੀ ਜ਼ਿੰਦਗੀ ਅਤੇ ਉਸਦੀ ਸਾਰੀ ਪੜ੍ਹਾਈ ਇਸ ਕਾਇਨਾਤ ਦੀ ਇੱਕੋ ਇੱਕ ਸਹੀ ਭਾਸ਼ਾ ਲੱਭਣ ਲਈ ਹੀ ਸੀ। ਪਹਿਲਾਂ ਤਾਂ ਉਸਨੇ ਐਸਪੀਰਾਂਟੋ ਸੰਸਾਰ ਦੀ ਸਰਵ ਵਿਆਪਕ ਭਾਸ਼ਾ ਦਾ ਅਧਿਐਨ ਕੀਤਾ। ਫਿਰ ਸੰਸਾਰ ਦੇ ਧਰਮਾਂ ਦਾ ਅਤੇ ਧਾਤਸ਼ਾਜੀ ਸਧਾਰਨ ਪਦਾਰਥ ਤੋਂ ਸੋਹਣਾ ਬਣਾਉਣ ਦੀ ਕਲਾ ਦਾ। ਉਸਨੂੰ ਪਤਾ ਸੀ ਕਿ ਐਸਪੀਰਾਂਟੋ ਕਿਵੇਂ ਬੋਲਣੀ ਹੈ। ਉਹ ਸੰਸਾਰ ਦੇ ਸਾਰੇ ਵੱਡੇ ਧਰਮਾਂ ਨੂੰ ਸਮਝਦਾ ਸੀ, ਪਰ ਉਹ ਅਜੇ ਤੱਕ ਧਾਤਸ਼ਾਜ ਨਹੀਂ ਸੀ ਬਣ ਸਕਿਆ। ਉਸਨੇ ਕਈ ਅਹਿਮ ਸਵਾਲ ਦੇ ਸੱਚ ਲੱਭੇ ਸਨ, ਪਰ ਉਸਦਾ ਅਧਿਐਨ ਉਸਨੂੰ ਇੱਕ ਐਸੇ ਨੁਕਤੇ ਤੇ ਲੈ ਆਇਆ ਸੀ ਜਿਸ ਤੋਂ ਅੱਗੇ ਵਧਣਾ ਮੁਸ਼ਕਿਲ ਹੋ ਰਿਹਾ ਸੀ। ਉਸਨੇ ਇੱਕ ਧਾਤਸਾਜ ਨਾਲ ਸੰਬੰਧ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਪਰ ਧਾਤਸਾਜ ਵੀ ਬੜੇ ਅਜੀਬ ਲੋਕ ਹੁੰਦੇ ਹਨ ਜਿਹੜੇ ਹਮੇਸ਼ਾ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ ਅਤੇ ਜਿਨ੍ਹਾਂ ਸਭ ਨੇ ਹੀ ਉਸ ਦੀ ਮਦਦ ਕਰਨ ਤੋਂ ਨਾ ਕਰ ਦਿੱਤੀ ਸੀ। ਖਬਰੇ ਉਹ ਵੀ ਪਾਰਿਸ ਪੱਥਰ ਦਾ ਭੇਦ ਲੱਭਣ ਵਿੱਚ ਅਸਫਲ ਰਹੇ ਹੋਣ ਅਤੇ ਇਸ ਕਰਕੇ ਹੀ ਆਪਣੇ ਗਿਆਨ ਨੂੰ ਆਪਣੇ ਕੋਲ ਹੀ ਰੱਖ ਰਹੇ ਹੋਣ। ਉਸਦੇ ਪਿਤਾ ਨੇ ਉਸ ਲਈ ਜਿਹੜਾ ਪੈਸਾ ਛੱਡਿਆ ਸੀ ਉਸ ਵਿੱਚੋਂ ਬਹੁਤਾ ਤਾਂ ਉਹ ਪਾਰਿਸ ਪੱਥਰ ਦੀ ਖੋਜ ਕਰਦੇ ਹੋਏ ਅਜਾਈ ਹੀ ਖਰਚ ਚੁੱਕਾ ਸੀ। ਉਸਨੇ ਬਹੁਤ ਸਾਰਾ ਸਮਾਂ ਸੰਸਾਰ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿੱਚ ਬਿਤਾਇਆ ਸੀ ਅਤੇ ਉਸਨੇ ਧਾਤਸਾਜੀ ਬਾਰੇ ਸਾਰੀਆਂ ਪੁਰਾਣੀਆਂ ਅਤੇ ਮਹੱਤਵਪੂਰਨ ਕਿਤਾਬਾਂ ਖਰੀਦ ਲਈਆਂ ਸਨ। ਇਹਨਾਂ ਵਿੱਚੋਂ ਇੱਕ ਕਿਤਾਬ ਵਿੱਚ ਉਸਨੇ ਪੜ੍ਹਿਆ ਸੀ ਕਿ ਬਹੁਤ ਸਾਲ ਪਹਿਲਾਂ ਅਰਬ ਦਾ ਇੱਕ ਮਸ਼ਹੂਰ ਧਾਤਸਾਜ ਯੂਰਪ ਆਇਆ ਸੀ। ਕਿਹਾ ਗਿਆ ਸੀ ਕਿ ਉਸਦੀ ਉਮਰ 200 ਸਾਲ ਤੋਂ ਵੱਧ ਸੀ ਅਤੇ ਇਹ ਵੀ ਕਿ ਉਸਨੇ ਨਾ ਸਿਰਫ ਪਾਰਸ ਪੱਥਰ ਹੀ ਲੱਭ ਲਿਆ ਸੀ, ਸਗੋਂ ਜੀਵਨ ਦਾ ਅੰਮ੍ਰਿਤ ਵੀ। ਅੰਗਰੇਜ਼ ਇਸ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਉਸਨੇ ਕਦੇ ਵੀ ਇਸ ਕਹਾਣੀ ਨੂੰ ਹਕੀਕਤ ਨਹੀਂ ਸੀ ਸਮਝਣਾ। ਜੇ ਉਸਦਾ ਇੱਕ ਦੋਸਤ ਜਿਹੜਾ ਕਿ ਮਾਰੂਥਲ ਵਿੱਚ ਪੁਰਾਤਨ ਇਮਾਰਤਾਂ ਦੀ ਖੋਜ ਮੁਹਿੰਮ ਤੋਂ ਵਾਪਿਸ ਪਰਤਿਆ ਸੀ, ਉਸਨੂੰ ਕਿਸੇ ਐਸੇ ਅਰਬ ਬਾਰੇ ਨਾ ਦੱਸਦਾ ਜਿਸ ਕੋਲ ਕਮਾਲ ਦੀਆਂ ਸ਼ਕਤੀਆਂ ਸਨ। ਉਸਦੇ ਦੋਸਤ ਨੇ ਕਿਹਾ ਸੀ ਉਹ ਅਲਫਾਯੂਮ ਨਖਲਿਸਤਾਨ ਵਿੱਚ ਰਹਿੰਦਾ ਹੈ। ਲੋਕ ਕਹਿੰਦੇ ਹਨ ਕਿ ਉਸਦੀ ਉਮਰ 200 ਸਾਲ ਦੀ ਹੈ। ਉਹ ਕਿਸੇ ਵੀ ਧਾਤ ਨੂੰ ਸੋਨੇ ਵਿੱਚ ਬਦਲ ਸਕਦਾ ਹੈ। ਅੰਗਰੇਜ਼ ਆਪਣੀ ਉਤਸੁਕਤਾ ਨੂੰ ਨਹੀਂ ਰੋਕ ਸਕਿਆ। ਉਸਨੇ ਆਪਣੇ ਹੋਰ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਆਪਣੀਆਂ ਸਭ ਤੋਂ ਮਹੱਤਵਪੂਰਨ ਕਿਤਾਬਾਂ ਇਕੱਠੀਆਂ ਕਰ ਲਈਆਂ। ਹੁਣ ਉਹ ਇੱਥੇ ਧੂੜ ਭਰੇ ਅਤੇ ਗੰਦੀ ਬਦਬੂ ਵਾਲੇ ਗੋਦਾਮ ਦੇ ਅੰਦਰ ਬੈਠਾ ਸੀ। ਬਾਹਰ ਸਹਾਰਾ ਮਾਰੂਥਲ ਲੰਘਣ ਲਈ ਕਾਫਲਾ ਤਿਆਰ ਹੋ ਰਿਹਾ ਸੀ ਅਤੇ ਇਸ ਕਾਫਲੇ ਦੇ ਅਲਫਾਯੂਮ ਕੋਲੋਂ ਦੀ ਲੰਘਣਾ ਸੀ। ਅੰਗਰੇਜ਼ ਨੇ ਸੋਚਿਆ, ਮੈਂ ਉਸ ਧਾਤਸਾਜ ਨੂੰ ਜ਼ਰੂਰ ਲੱਭ ਕੇ ਹਟਾਂਗਾ। ਅਜਿਹਾ ਸੋਚਦੇ ਹੋਏ ਜਾਨਵਰਾਂ ਦੀ ਬਦਬੂ ਕੁਝ ਹੋਰ ਸਹਿਣਯੋਗ ਹੋ ਗਈ ਸੀ। ਆਪਣੇ ਸਮਾਨ ਨਾਲ ਲੱਦਿਆ ਹੋਇਆ ਇੱਕ ਨੌਜਵਾਨ ਅਰਬ ਦਾਖਲ ਹੋਇਆ। ਫਿਰ ਉਸਨੇ ਅੰਗਰੇਜ਼ ਨੂੰ ਸੁਲਾ ਮਾਰੀ। ਨੌਜਵਾਨ ਅਰਬ ਪੁੱਛਣ ਲੱਗਾ, ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਮਾਰੂਥਲ ਵਿੱਚ ਜਾ ਰਿਹਾ ਹਾਂ, ਅੰਗਰੇਜ਼ ਨੇ ਕਿਹਾ ਅਤੇ ਮੁੜ ਪੜਨ ਲੱਗਾ। ਉਹ ਇਸ ਵੇਲੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਸੀ ਕਰਨਾ ਚਾਹੁੰਦਾ।
ਉਹ ਚਾਹੁੰਦਾ ਸੀ ਕਿ ਪਿਛਲੇ ਸਾਲਾਂ ਦੌਰਾਨ ਉਸਨੇ ਜੋ ਕੁਝ ਵੀ ਸਿੱਖਿਆ ਸੀ ਉਸ ਸਭ ਕਾਸੇ ਨੂੰ ਮੁੜ ਚੇਤੇ ਕਰ ਸਕੇ, ਕਿਉਂਕਿ ਧਾਤਸਾ ਜ਼ਰੂਰ ਹੀ ਉਸਦਾ ਇਮਤਿਹਾਨ ਲਵੇਗਾ। ਨੌਜਵਾਨ ਅਰਬ ਨੇ ਇੱਕ ਕਿਤਾਬ ਕੱਢੀ ਅਤੇ ਇਸਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਹ ਕਿਤਾਬ ਸਪੇਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਅੰਗਰੇਜ਼ ਨੇ ਸੋਚਿਆ ਕਿ ਇਹ ਚੰਗੀ ਗੱਲ ਹੈ, ਉਹ ਅਰਬੀ ਨਾਲੋਂ ਸਪੇਨੀ ਭਾਸ਼ਾ ਚੰਗੀ ਬੋਲ ਸਕਦਾ ਸੀ ਅਤੇ ਜੇ ਇਹ ਮੁੰਡਾ ਵੀ ਅਲ ਫਾਯੂਮ ਕੋਲ ਜਾ ਰਿਹਾ ਹੋਵੇ ਤਾਂ ਉਸਨੂੰ ਇੱਕ ਐਸੇ ਬੰਦੇ ਦਾ ਸਾਥ ਮਿਲ ਜਾਏਗਾ ਜਿਸ ਨਾਲ ਉਹ ਉਦੋਂ ਗੱਲਬਾਤ ਕਰ ਸਕੇਗਾ ਜਦੋਂ ਉਸ ਕੋਲ ਕਰਨ ਲਈ ਹੋਰ ਕੋਈ ਬਿਹਤਰ ਕੰਮ ਨਹੀਂ ਹੋਵੇਗਾ। ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234 97843।